जन गण मन अधिनायक जय हे भारत भाग्य विधाता। पंजाब सिंध गुजरात मराठा द्राविड़ उत्कल बंगा। विंध्य हिमाचल यमुना गंगा उच्चल जलधि तरंगा। तव शुभ नामे जागे तव शुभ आशीष मांगे। गाहे तव जय गाथा जन गण मंगल दायक जय हे भारत भाग्य विधाता। जय हे जय हे जय हे जय 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 हे। परम सत्कारयोग सरदार सतनाम सिंह संधू जी, डॉक्टर जगजीत सिंह धूरी जी, ਵੱਖ-ਵੱਖ ਸਕੂਲਾਂ ਤੋਂ ਆਏ ਟੀਚਰ ਸਾਹਿਬਾਨ, ਮੇਰੇ ਪਿਆਰੇ ਵਿਦਿਆਰਥੀਓ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਕਿ ਸਾਡਾ ਆਪਣਾ ਅਦਾਰਾ ਹੈ, ਸਾਡੇ ਇਲਾਕੇ ਦੇ ਵਿੱਚ ਹੈ, ਇਹਦੇ ਵਿੱਚ ਆਉਣ ਦਾ ਅੱਜ ਮੈਨੂੰ ਮੁੱਖ ਮੰਤਰੀ ਬਣ ਕੇ ਮੌਕਾ ਮਿਲਿਆ। ਟੀਚਰਸ ਦਾ ਅਵਾਰਡ ਹੈ, ਉਹਦੇ ਬਾਰੇ ਮੈਂ ਬਾਅਦ 'ਚ ਗੱਲ ਕਰਦਾ। ਪਹਿਲਾਂ ਮੈਂ ਇੱਕ ਗੱਲ ਕਹਾਂਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਾਡੇ ਇਲਾਕੇ ਦਾ, ਸਾਡੇ ਭੜੂਆ ਪਿੰਡ ਦਾ, ਸਾਡੇ ਸ਼ਹਿਰ ਦਾ, ਸਾਡੇ ਪੰਜਾਬ ਦਾ ਇੱਕ ਮਾਣ ਹੈ ਕਿ ਸਾਨੂੰ ਅਜਿਹਾ ਇੱਕ ਬਹੁਤ ਹੀ ਵਧੀਆ ਇੰਸਟੀਟਿਊਸ਼ਨ ਸਾਡੇ ਨੌਜਵਾਨਾਂ ਨੂੰ ਪੜ੍ਹਾਉਣ ਵਾਸਤੇ, ਸਿੱਖਿਅਤ ਕਰਨ ਵਾਸਤੇ ਮਿਲਿਆ। ਸੋ ਮੈਂ ਧੰਨਵਾਦ ਕਰਦਾ ਸਰਦਾਰ ਸਤਨਾਮ ਸਿੰਘ ਸੰਧੂ ਜੀ ਦਾ, ਜਿਨ੍ਹਾਂ ਨੇ ਸਾਡੇ ਇਲਾਕੇ 'ਚ ਆ ਕੇ ਇਹ ਯੂਨੀਵਰਸਿਟੀ ਬਣਾਈ ਹੈ। ਔਰ ਮੈਂ ਉਹਨਾਂ ਕਿਸਾਨ ਨੌਜਵਾਨਾਂ ਨੂੰ ਜਿਹੜੇ ਪਿੰਡਾਂ 'ਚ ਰਹਿੰਦੇ ਹੈ ਜਾਂ ਉਹ ਮਿਡਲ ਕਲਾਸ ਫੈਮਲੀਜ਼ ਦੇ ਨੌਜਵਾਨ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਹੈ, ਇੱਕ ਸਧਾਰਨ ਪਰਿਵਾਰ 'ਚ ਜਿਹੜੇ ਨੌਜਵਾਨ ਹੈ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਮੇਰੇ ਤੋਂ ਪਹਿਲਾਂ ਸਤਨਾਮ ਸਿੰਘ ਸੰਧੂ ਜੀ ਵੱਲ ਦੇਖਣ ਕਿ ਕਿਸ ਤਰ੍ਹਾਂ ਇੱਕ ਆਮ ਸਧਾਰਨ ਕਿਸਾਨ ਦਾ ਮੁੰਡਾ ਇੱਕ ਯੂਨੀਵਰਸਿਟੀ ਸਥਾਪਿਤ ਕਰ ਸਕਦਾ ਹੈ, ਉਹਦਾ ਚਾਂਸਲਰ ਬਣ ਸਕਦਾ ਤੇ ਇੱਕ ਇੰਨਾ ਵਧੀਆ ਇੰਸਟੀਟਿਊਸ਼ਨ ਚੱਲ ਰਿਹਾ ਕਿ ਸਾਰੀ ਦੁਨੀਆ 'ਚੋਂ ਇੱਥੇ ਨੌਜਵਾਨ ਪੜ੍ਹਨ ਆਉਂਦੇ। ਸੋ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ। ਅੱਜ ਤੁਸੀਂ ਟੀਚਰਸ ਨੂੰ ਸਨਮਾਨਿਤ ਕਰਨ ਲਈ ਅਸੀਂ ਇੱਥੇ ਇਕੱਠੇ ਹੋਏ। ਸਭ ਤੋਂ ਪਹਿਲਾਂ ਬੰਦੇ ਦੀ ਟੀਚਰ ਹੈ ਜਿਹੜੀ, ਉਹ ਉਹਦੀ ਮਾਂ ਹੈ। ਕੁਦਰਤੀ ਮਾਂ ਮਿਲਦੀ ਹੈ ਸਾਨੂੰ, ਕੁਦਰਤੀ ਮਾਂ 'ਚੋਂ ਸਾਨੂੰ ਸੁਭਾਅ ਮਿਲਦਾ ਹੈ, ਸਾਨੂੰ ਇੱਕ ਸੋਚ ਮਿਲਦੀ ਹੈ, ਸਾਨੂੰ ਨਿਮਰਤਾ ਜਾਂ ਅਗਰੈਸਿਵਨੈਸ ਜੋ ਵੀ ਬੰਦੇ 'ਚ ਜਿਸ ਤਰ੍ਹਾਂ ਦਾ ਵੀ ਉਹਦਾ ਸੁਭਾਅ ਹੁੰਦਾ, ਉਹ ਮਾਂ 'ਚੋਂ ਮਿਲਦਾ। ਬੋਲਣ ਦਾ ਲਹਿਜਾ ਮਾਂ ਦਿੰਦੀ ਹੈ, ਬੋਲੀ ਮਾਂ ਦਿੰਦੀ ਹੈ। ਪਹਿਲੀ ਟੀਚਰ ਸਾਡੀ ਮਾਂ ਹੈ ਤੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਨੂੰ ਜੇ ਕੋਈ ਸਹੀ ਤਰੀਕੇ ਨਾਲ ਬਿਲਡ ਕਰਦਾ ਹੈ, ਉਹ ਸਾਡਾ ਟੀਚਰ ਹੈ। ਇਹ ਹੁਣ ਕਿਸਮਤ ਨਾਲ ਹੀ ਮਿਲਦੇ ਹੈ। ਜਿਹਨੂੰ ਟੀਚਰ ਚੰਗਾ ਮਿਲ ਗਿਆ ਉਹਨੇ ਚੰਗਾ ਬਣ ਜਾਣਾ, ਜਾਂ ਇਹ ਕਹਿ ਲਓ ਕਿ ਜਿਹੜੇ ਟੀਚਰ ਨੂੰ ਚੰਗੇ ਟੀਚਰ ਨੂੰ ਸਟੂਡੈਂਟ ਚੰਗਾ ਮਿਲ ਗਿਆ ਉਹਨੇ ਚੰਗਾ ਬਣ ਜਾਣਾ। ਤੋ ਟੀਚਰ ਤੇ ਜ਼ਿੰਦਗੀ ਖੜੀ ਹੈ, ਟੀਚਰ ਤੇ ਉਹਦਾ ਘਰ ਪਰਿਵਾਰ, ਉਹਦਾ ਕਿਸ ਤਰ੍ਹਾਂ ਵਿਕਾਸ ਹੋਣਾ ਉਹ ਖੜਾ ਹੈ। ਟੀਚਰ ਤੇ ਦੇਸ਼ ਖੜਾ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਨੇ ਅੱਗੇ ਵਧਣਾ। ਟੀਚਰ ਤੇ ਹੀ ਸਾਡਾ ਸੂਬਾ ਖੜਾ ਹੈ। ਟੀਚਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਮਾਜ ਦੀ ਸਿਰਜਣਾ ਦੇ ਵਿੱਚ। ਟੀਚਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ। ਟੀਚਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਿੱਚ। ਜੇ ਕੋਈ ਇੱਕ ਬੰਦਾ ਜ਼ਿੰਮੇਵਾਰ ਹੈ ਕਿਸੇ ਦੇਸ਼ ਦੀ ਤਰੱਕੀ ਦੇ ਲਈ ਤਾਂ ਉਹ ਟੀਚਰ ਹੈ। परशुराम जी तो लेके
द्रोणाचार्य जी तो लेके चाणक्य जी तो लेके अज तक टीचर की अहमियत का कोई सानी नहीं है। ये हुण परशुराम की तरह टीचर ने लभना कि उसका कारण कौन है। ये हुण चाणक्य की तरह टीचर ने लभना है कि उसका चंद्रगुप्त मौर्य कौन है। ये हुण टीचर की तरह चाणक्य द्रोणाचार्य की तरह ये तुसी लभना है कि थोड़ा कर्ण कौन है, थोड़ा अर्जुन कौन है। इसलिए अर्जुन पैदा करने हैं, चंद्रगुप्त मौर्य पैदा करने, कर्ण पैदा करने हैं, तो टीचर ही कर सकता, होर कोई नहीं कर सकता। बहुत बड़ी जिम्मेवारी है टीचर ते। इसलिए मैं तुहानू बेनती करना चाहता कि सोच टीचर की क्या है। थोड़ा मैं सारिਆਂ ਦਾ धन्यवाद करना चाहता कि तुम टीचर बने। ठीक है, जिन्हों लक्ष्मी की पूजा करनी वो पटवारी बनना चाहता है या कोई होर ऐसा काम करना चाहता है जिथे उन्होंने पैसे लभ सकते हैं। एक फौजी वो बनता जिन्हें अपनी जान तली ते धरी होवे, देश की एकता अखंडता वास्ते काम करना होवे, देश की रक्षा करनी होवे, तां फौजी बनदा। कहंदा फौजी रब दा है दूजा ना लगे मेरा वीर वर्ग। फौजी वो बनता जिहदे अंदर जज्बा है। टीचर वो बनता जिहदे अगर जज्बा है कि मैं पढ़ाउणा है, जिन्हों है कि मैं पैसे कमाने हैं, मैं प्रॉपर्टियां इकट्ठियां करनियां है, तां वो टीचर नहीं बनता। फिर सोच ही नहीं जाती। मैं जब 10वीं विच पढ़दा सी, असीं एवें अपने महल्ले च बाहर खड़े, मैं अपने दोस्त के घर गया होया, मैनू किसी ने पूछ लिया तो किहड़ी नौकरी करनी है। पता नहीं, मेरी बचपन से सोच सी, मैं क्या मैं नौकरी करनी होनी है। मैं क्या नौकरी करनी नहीं, मैं तो ये काम ही नहीं करना नौकरी वाला। अपनी अपनी सोच है। कई लोग नहीं नौकरी करना चाहते, कई लोग नौकरी लभदे है, कई लोग सरकारी नौकरी लभदे है। लेकिन सोच ते डिपेंड करेगा जिहड़ी टीचर देगा, जिहड़ी माँ देगी। अपनी सोच भी बिल्ड करनी पएगी, क्योंकि विद्यार्थी भी बैठे, मैं विद्यार्थियों नाल भी गल करांगा कि पहला टीचर। सो मैं थोड़ा धन्नवादी हाँ, संस्था का धन्नवादी हाँ जिन्हों ने अच्छे टीचरां नूं अज सन्मानित करना है। साढ़े अच्छे कामां दी एप्रीसीएशन होएगी तो सानूं होर बल मिलेगा, दूसरिਆਂ ਨੂੰ भी मिलेगा। इस करके इस तरह के अवार्ड होने बहुत जरूरी हैं। लेकिन टीचर की सोच क्या होनी चाहिए है। जे मैं एक शेर च कहा कि अंधेरों आओ मेरे घर से रोशनी ले लो, अंधेरों आओ मेरे घर से रोशनी ले लो, चिराग बुझने लगेंगे तो दिल जला दूंगा। ये सोच दे नाल अगे बढ़ना होएगा। एजुकेशन एक ऐसी चीज़ है कि इस तो बिना गरीबी नहीं कट्टी जा सकती। तुसीं जिन्नी मर्जी कणक गेरो उन्हां दे घर च, आटा दाल दो, उन्हां नूं राशन दो, फ्री बिजली दो, सब कुछ दो, लेकिन जे तुसीं एजुकेशन नहीं देनी ना तो वो अगे नहीं बढ़ सकता, नहीं बढ़ सकता। स्कूलों की हालत सुधारनी पैनी है, चंगे स्कूल करने पैने हैं जे देश और सूबे नूं अगे लेके जाना है। जब तक अच्छे स्कूल नहीं है, गुरुद्वारा साहब ते भी पैसे लाने बड़े जरूरी है। साड़ी धार्मिक आस्था है, लेकिन पिंड दे विच एक मंदिर वो भी है जिन्हें देश नूं सिरजना है, जिन्हें साडे देश की तरक्की करनी है। मैं अपने खालसा स्कूल च खरड़ पढ़िया, अपने पिंड भजौली है मेरा, उत्थे मैं प्राइमरी स्कूल च पढ़िया, सरकारी प्राइमरी स्कूल। गुरुद्वारे में स्कूल चलता सी, असी घर तो बोरी लैके जाते सी, वो बोरी विछा के असी उहदे ते बैठे।
तो फिर साडी क्लास लगनी, साडे टीचर ने सानू पढ़ाना, सानू कुटना भी, सानू झिड़कना भी। पहलां किसी नूं तकलीफ नहीं सी हुंदी कि साडे मुंडे नूं झिड़किआ। हुण माड़ा जिहा टीचर झिड़क देवे, तुसीं साडे मुंडे नूं झिड़क किस तर੍ਹਾਂ दित्ता जी। यार बच्चे नूं पढ़ाण दो, टीचर नूं ਉਹਨੂੰ ਸਮਝਾਉਣ ਦਿਓ, ਮਾੜਾ ਮੋਟਾ ਝਿੜਕ ਕੇ ਵੀ ਪੜ੍ਹਾ ਦੇਗਾ, ਲੇਕਿਨ ਕੁੱਟਣਾ ਕੱਟਣਾ ਕੋਈ ਗੱਲ ਨਹੀਂ। ਚਾਰ ਭਰਾ ਹੈ, ਹਰ ਕੋਈ ਕਹਿੰਦਾ ਸੀ ਕਿ ਜੀ ਮੈਨੂੰ ਜ਼ਿਆਦਾ ਹੈ। ਇਸ ਕਰਕੇ ਟੀਚਰ बहुत ही अहम चीज़ है, बहुत ही अहम शख्सियत है। टीचर का सत्कार हो साढ़े मास्टर शेर सिंह जी, वो तो सिर झुक जाता क्योंकि पढ़ाते ही नहीं वधिया सी, इन्नियां वधिया सिक्ख्यावां देनियां। प्रेयर दे विच एक दिन टीचर ने मास्टर शेर सिंह ने अज तो जब मैं 8वीं सी जो लैक्चर करिया सी, उन्होंने कहा कि तुसीं जे मूंगफली खाओगे तो मुकाबले विच सीधे खा लो, पर जिहड़ी बस च बैठे होंदे क्यों दे रहे हो? जो मैं मूंगफली खाना मैं डर लगन लग जाता मैं देर भी कीती संभालनी चाहिए, क्योंकि उस टाइम उन्होंने कहा सी ये छोटे छोटे गल्लां मॉरल वैल्यूज साडियां कुछ समझाउंदा ही नहीं हो सानूं, वो साडे टीचर समझाउणगे, लैक्चर करनगे क्लासां दे विच। सो मैं थोड़ा धन्नवादी हाँ कि मैनू बड़े ही अच्छे मौके पर अज तुसीं बुलाया। विद्यार्थी साडे, मैं उन्होंने बेनती करना चाहुंदा कि जिंदगी च अगे वधना है तो बहुत जरूरी है कि समय की पाबंदी, समय की मैनेजमेंट, टाइम मैनेजमेंट बहुत जरूरी है। जिहड़ा समा बर्बाद करता है उन्होंने समा बर्बाद कर दिंदा। इस करके समय की संभाल, समय की मैनेजमेंट, सारा दिन का स्कैजूल बहुत जरूरी है। तुसीं तैयार करो टाइम दे नाल उठना। सूरज जे तुहानूं उठालदा है तां गलत है, सूरज नूं तुसीं जगाना है। ये सब तो इंपॉर्टेंट है। मेरे तो भी वो हुंदा नहीं। मैं अज तक सवेरे भी अपने नाल लड़ रहा सी, अपने नाल लड़ रहा सी सवेरे भी कि लेट क्यों उठिया। रात 3:30 बजे सुत्ता, लेट हो गया, हालांकि अलार्म भी लाया हुआ सी। फिर एक बार फिर मैं झोना जा हो जाता बंदा, यार 10 मिनट होर सही, लेकिन फिर मैं अपने आप को गालां जरूर कढ़ियां कि लेट क्यों होया। समय ते उठना बहुत जरूरी है दोस्तों। विद्यार्थियों को कह रहा, सूरज नूं तुसीं जगाओ, सूरज तुहानूं ना जगावे। ते समय की मैनेजमेंट बहुत जरूरी है। हिम्मत जरूरी है। बेहिम्मते ने वो जेड़े शिकवा करन मुकद्दरां दा, उगण वाले उग पैंदे ने सीना फाड़ के पत्थरां दा। हिम्मत करनी जरूरी है। अपना टीचा मिथना बहुत जरूरी है। उस टीचे ते टाइम टेबल बना के उहदे ते काम करना, संघर्ष करना, उहदे ते सख्त मेहनत करना बहुत जरूरी है। जब तुसी अपना एक टीचा बन लोगे, सख्त मेहनत करोगे, तो पूरी कायनात तुहाडी मदद करेगी उस टीचे नूं पूरा करने वास्ते। ये मेरा यकीन है, मेरी गारंटी है कि तुसी एक बार अपना टीचा बनो कि मैं इत्थे पहुँचना चाहता। वड्डा टीचा रखो, उस टीचे नूं अचीव करने वास्ते सख्त मेहनत करो, टाइम टेबल बनाओ। जब तुसी सख्त मेहनत करोगे तो पूरी कायनात थोड़ी मदद करेगी उस टीचे नूं अचीव करने वास्ते। इस गल दी मेरी तुहानूं गारंटी है। तुसी उत्थे पहुँचोगे जिथे पहुँचना चाहते हो, मेरा विश्वास है। और विश्वास करके उस ते काम करना शुरू करो। और यूनीवर्सिटी तुसी पढ़ते हो, जदों तुसी इत्थे भंगड़ा पैंदा देखते हो तो ये सोचना बड़ा जरूरी है कि मैं भंगड़े की टीम च क्यों नहीं है। जे NSS का कैंप लग्या है, तुसी उहदे च क्यों नहीं गए। जे ग्राउंड दे विच शाम नूं एक्सरसाइज हो रही है तो तुसी उत्थे हाजिर होने चाहिए हो, तुसी क्यों नहीं।
मैं खालसा कॉलेज पढ़िया, मैं भंगड़े की टीम भी सी, मैं NSS का कैंप भी लगाया, मैं NCC का भी कैडेट सी, मैं स्कूल की मैनेजमेंट भी सी। उन्हां दे नाल कमेटी दे विच जदों स्कूल दे कालेज दे विच फंक्शन हुंदा सी तां उहदी मैनेजमेंट कमेटी का मैंबर। फिर मैं इलैक्शन भी लड़िया, इलैक्शन लड़ के जनरल सैकटरी बनया। मैं खेडां दे विच हैंडबॉल का प्लेयर सी, 3 बार नैशनल खेडिया, इंटरवर्सिटी खेडिया, 3 बार गोल्ड मैडल हैंडबॉल दे विच लिया। यूनीवर्सिटी पंजाब यूनीवर्सिटी की टीम च रह के मैं इस करके दस रहा क्योंकि मैं नौजवानों को संबोधन कर रहा थानू कि तुसी भी हर चीज़ दे विच हिस्सा लो, हर एक्टिविटी दे विच, कल्ली पढ़ाई भी नहीं, खेडोगे मिलवर्तन दी, एक दूजे दे नाल रल के अगे बढ़न दी थानू एक तरीका मिलेगा किस तरह जिंदगी दे विच इकट्ठे होकर अगे बढ़ के अपने टारगेट नूं अचीव करना है। नालदियां नूं उपर चक्को, जे तुहाडे बापू कोल पैसे हैगे तो अपने दोस्तां दी फीसां दो, बड़ा जरूरी है उन्होंने नाल दे के उपर आना। एक गरीब है, जे तुसी क्रिश्चन हो तो सदामे नूं नाल बुलाओ कि तुसी आओ, उन्होंने नाल लेके उन्होंने तकड़ा करो जिहड़ा तुहाडा गरीब दोस्त है। ये बड़ियां इंपॉर्टेंट और जरूरी गल्लां तुहाडी जिंदगी दियां। इसलिए मैं शायद ज़्यादा टाइम ले रहा तुहाडा, पर मैं ਜਦੋਂ मैं पढ़दा सी ਤਾਂ ਬੱਸ ਦੇ ਵਿੱਚ ਪਾਸ ਬਣਦਾ ਸੀ, ਹੁਣ नहीं ਬਣਦਾ। ਹੁਣ भी ਬਣਨਾ चाहिए, ਹੁਣ क्यों नहीं ਬਣਦਾ? ਹੁਣ भी ਬਣਾਵਾਂ क्योंकि ਮੈਨੂੰ ਤਾਂ पता है ना कि एक पारे पास ਬਣਦਾ ਸੀ, ਉਸ ਤੋਂ ਬਾਅਦ ਤਾਂ ਉਹਦੀ पर चली ਜਾਂਦਾ ਸੀ पूरा साल 3 महीने वाला, फिर कदे रिन्यू कराए नहीं सी ਹੁੰਦਾ। असलीयत यही है, पैसे नहीं सी कि दोबारा रिन्यू नहीं सी करा ਹੁੰਦਾ, फिर कंडक्टर साहब ने सलूट मारना पैंदा ਸੀ, यार ठीक है, वो भी कहता चल एक बार तो बनाया नहीं। हालत तो ये है कि एक बार पास भी जोड़ा है, जोड़ा कंसैशनल रेट पर बनना 10% तो वह भी रिन्यू नहीं करा हो रहा साडे मुंडिਆਂ दे। ये असलीयत है, मेरी भी रही है तो अज भी है। इस करके मैनूं समझना पेगा ना मेरे स्टेट के नौजवानों की क्या स्थिति है, मैं उस दे नाल उन्हां नूं सुविधा देवां। अच्छी पढ़ाई तो तां ही करनगे। टीचर मेरे टीचरां दा सुनो, भर्ती करे खरड़ का टीचर, मोहाली का, पटियाले का, लगाया होया बॉर्डर से 3 साल हो गए, उसकी माँ नौकरी कर रही है, नाल बैठी कुड़ी दे उत्ते। यार नेड़े ला दो उन्होंने। टीचर है जिहड़ा, जे वो सौखा नहीं होएगा, 2 घंटे बस जाएगा, फिर वो पढ़ाएगा क्या 2 घंटे फिर उन्हें आना भी है। क्यों ना उन्होंने 2, 4, 5, 10 किलोमीटर के बीच नौकरी दे दो कि जिथे वो लगना चाहता है, नेड़े कर दो उन्होंने। ये असीं कर लगे हैं अपने पंजाब दे विच। साडे पास किन्ने टीचर है, सारे किते ना किते दूर मारे हुए है, इन्नी सज़ा दई जांदे काहदे वास्ते? मैं कहा भी कि जी इन्हां नूं नेड़े करो। इस तो पहले जब मैं मुख्यमंत्री नहीं सी, कहते जी 3 साल तो बॉर्डर एरिया ते लाएगा, भी बॉर्डर एरिया के बंदे रख लो उत्थे वास्ते, वो नेड़े पढ़ा देणगे। हुण साडी कुड़ी है इत्थे दी, नाल माँ गई भी एक वारी कुड़ी दे, नौकरी तो माँ कर रही उत्थे बैठी। इन्हों सारिਆਂ ਨੂੰ नेड़े करना। एक इंपलाई है जोड़ा साडा, उन्होंने सौख मिलनी चाहिए, कंफर्ट जोन होना चाहिए, उन्होंने सरकार उन्होंने फैसिलिटेट करे कि वो अच्छा काम कर सके। इन्नी की तनख्वाह उन्होंने जरूर मिले कि वह गुजारा हो सके। ये थोड़ा है कि 5-7 हज़ार के लग्या होया तो घसाई जाओ उन्होंने आउटसोर्स के, सारी उम्र तलवार लटकी जानी है कि जी आउटसोर्स से लग्या होया। ये गल्लां असीं करांगे, टाइम आ रहा है, टाइम जिन्ना मैनूं मिलिया ਉਹਦੇ ਵਿੱਚ ਜਿੰਨੀਆਂ कर सकते करांगे, लेकिन एक सिस्टम तैयार करना है। लोग साढ़े सिस्टम तो तंग होए हुए, सिस्टम उलझिया होया है। हुण बाहर साढ़े NRI भरा बैठे हैं, मैं अपने पिंड तो उठ के खरड़ आया, मैनूं हर टाइम अपने पिंड की सोच है कि मैं अपने पिंड नूं सोहना बना सकां, वधिया बना सकां। मैं मंत्री बनया, सब तो पहला अपने पिंड नूं 51 लाख रुपया दे के आया, भी मेरा पिंड है, हर किसी नूं हुंदा है। इस तरह जिहड़े साडे NRI भरा बाहर बैठे हैं, उन्हां नूं बड़ा फिक्र है, उन्हां नूं बड़ी सोच है, उन्हां नूं अपने पिंड दे नाल प्यार है। वो कदे गुरुद्वारे नूं पैसे दे के जांदे, कदे बस स्टैंड नूं पैसे दे के जांदे, कदे शमशान घाट बना के जांदे। उन्हां दा लगाव है पिंड दे नाल, वो लगाव नूं असीं मेनटेन करना, उस नूं नाल जोड़ना है।
ਇਸ ਕਰਕੇ ਆਪਣੇ ਪਿੰਡ ਵਾਸਤੇ ਕੁਛ ਨਾ ਕੁਛ ਕਰਨਾ ਹੈ। ਉਹ ਸਾਰਾ ਕੁਛ ਅਸੀਂ ਸਿਸਟਮ ਦੇ ਵਿੱਚ ਲਿਆ ਕੇ ਜੋੜਾਂਗੇ। ਉਹ ਸਾਡੇ ਸਿਸਟਮ ਤੋਂ ਤੰਗ ਹੈ, ਕਿਉਂਕਿ ਜਦ ਇੱਥੇ ਤੇ ਕੈਨੇਡਾ ਜਾਂਦਾ ਬੰਦਾ, ਉਹ ਸੋਚਦਾ ਯਾਰ ਉਹ ਤਾਂ ਗੱਲ ਹੀ ਕੁਛ ਹੋਰ ਹੈ। ਨਾ ਟ੍ਰੈਫਿਕ ਵਾਲਾ ਰੋਕਦਾ, ਜੇ ਤੱਕ ਤੁਸੀਂ ਗਲਤੀ ਨਹੀਂ ਕਰਦੇ ਟ੍ਰੈਫਿਕ ਵਾਲੇ ਨੇ ਰੋਕਣਾ ਹੀ। ਇੱਥੇ ਟ੍ਰੈਫਿਕ ਵਾਲਾ ਜੇ ਤੁਸੀਂ ਠੀਕ ਚੱਲ ਰਹੇ ਤਾਂ ਰੋਕਦਾ। ਇਹ ਸਿਸਟਮ ਨੂੰ ਬਦਲਣਾ ਹੈ, ਇਹ ਸਿਸਟਮ ਨੂੰ ਸੈੱਟ ਕਰਨਾ ਪੈਣਾ। ਕਿਉਂ ਰੋਕਣਾ ਬਈ? ਤੁਸੀਂ ਜਿਹੜਾ ਦਿੱਲੀ ਦਾ ਨੰਬਰ ਆ ਗਿਆ, ਰਾਜਸਥਾਨ ਦਾ ਨੰਬਰ ਆ ਗਿਆ, ਉਹ ਤਾਂ ਜਦੇ ਹੱਥ ਦੇ ਦਿੰਦੇ, ਰੁਕ 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 ਸਾਈਡ ਪਰ ਲਾਓ ਯਾਰ, ਕਿਆ ਕਰਾਉਣਾ ਤਾਂ ਇਹ? ਮੇਰੀ ਗੱਲ ਸੁਣੋ, ਕੋਈ ਗਲਤੀ ਕਰਤੀ ਪੰਜਾਬ 'ਚ ਆ ਗਿਆ, ਕਿਉਂ ਰੋਕ ਰਿਹਾ ਵੀ ਤੂੰ ਇਹਨੂੰ? ਇਹ ਗੱਲਾਂ ਬਹੁਤ ਛੋਟੀਆਂ ਛੋਟੀਆਂ ਪਰ ਪ੍ਰਭਾਵ ਬੜਾ ਜਾ ਰਿਹਾ। ਪੰਜਾਬ ਇੱਕ ਐਸੀ ਸਟੇਟ ਹੋਣੀ ਚਾਹੀਦੀ ਹੈ ਕਿ ਜਿਹੜਾ ਇੱਥੇ ਆਵੇ ਉਹਨੂੰ ਇਹ ਲੱਗੇ ਕਿ ਯਾਰ ਨਜ਼ਾਰਾ ਹੈ ਹੀ, ਆਪਾਂ ਨਜ਼ਾਰੇ ਵਾਲੇ ਆ। ਪੰਜਾਬੀਆਂ ਦਾ ਸੁਭਾਅ ਖੁੱਲ੍ਹਾ ਹੈ, ਪੰਜਾਬੀ ਦਾਨੀ ਹੈ, ਪੰਜਾਬੀ ਕੁਰਬਾਨੀ ਕੱਢ ਜਾਣਦਾ ਦੇਸ਼ ਵਾਸਤੇ ਲੜਨਾ ਮਰਨਾ ਜਾਣਦਾ ਹੈ, ਇੱਕ ਦੂਸਰੇ ਵਾਸਤੇ ਖੁੱਲ੍ਹੇ ਦਿਲ ਹੈ ਪੰਜਾਬੀਆਂ ਦੇ। ਪੰਜਾਬ ਦਾ ਖਾਣਾ, ਪੰਜਾਬ ਦਾ ਰਹਿਣ ਸਹਿਣ, ਪੰਜਾਬ ਦਾ ਕਲਚਰ ਕਿੰਨਾ ਅਮੀਰ ਹੈ। ਤੁਸੀਂ ਦੇਖੋ ਕੋਈ ਪਿਕਚਰ ਨਹੀਂ ਬਣਦੀ ਜਿਹਦੇ 'ਚ ਪੰਜਾਬੀ ਗਾਣੇ ਦੀ ਤਰਜ ਨਾ ਹੋਵੇ। ਚੱਲਦੀ ਹੈ ਕੋਈ ਤੇ ਪੰਜਾਬੀ ਗਾਣੇ ਦੀ ਤਰਜ ਲਾਓ, ਬੱਲੇ ਬੱਲੇ ਹੋ ਜਾਂਦੀ ਹੈ। ਸੁਖਵਿੰਦਰ ਵਰਗੇ ਸਾਡੇ ਹੀਰੋ ਦਿੱਲੀ ਦੇ ਉੱਥੇ ਗਾ ਰਹੇ ਆ ਬੈਠ ਕੇ। ਮੈਂ ਤਾਂ ਖੁਸ਼ ਬਹੁਤ ਹੋਇਆ ਘੁੱਗੀ ਸਾਹਿਬ ਨੂੰ ਬੈਠ ਕੇ ਦੇਖੋ ਗੁਰਪ੍ਰੀਤ ਘੁੱਗੀ ਜੀ ਬੈਠੇ। ਪੰਜਾਬ ਦਾ ਕਲਚਰ, ਪੰਜਾਬ ਦੀਆਂ ਫਿਲਮਾਂ ਇਹਨਾਂ ਲੋਕਾਂ ਨੇ ਚਮਕਾਤੀਆਂ। ਅਸਲ ਦੇ ਵਿੱਚ ਪੰਜਾਬੀ ਕਲਚਰ ਇਹ ਉਹਨੂੰ ਸਹੀ ਤਰੀਕੇ ਨਾਲ ਪੇਸ਼ ਕਰ ਰਹੇ, ਜਿਹਦੇ ਨਾਲ ਸਾਡਾ ਹੋ ਰਿਹਾ। ਕਿਉਂ ਨਾ ਕਰੀਏ, ਕਿਉਂ ਨਾ ਪੰਜਾਬ ਦਾ ਕਲਚਰ ਇਸੇ ਤਰ੍ਹਾਂ ਅੱਗੇ ਵਧੇ? ਕਿਉਂ ਸਾਡੇ 'ਚ ਕੁਛ ਥੋੜ੍ਹੀਆਂ ਜਿਹੀਆਂ ਕਾਲੀਆਂ ਭੇਡਾਂ, ਇਹ ਟ੍ਰੈਫਿਕ ਵਾਲੇ ਹੋਏ ਜਾਂ ਕੁਛ ਹੋਰ ਪੈਸੇ ਲੈਣੇ ਵਾਲੇ ਹੋਏ ਜਾਂ ਸਾਡੀਆਂ ਰਿਸ਼ਤੀਆਂ ਦੇ ਵਿੱਚ ਤੰਗ ਕਰਦੇ ਹੋਏ, ਇਹਨਾਂ ਨੂੰ ਕਿਉਂ ਨਾ ਅਸੀਂ ਕੱਢ ਕੇ ਬਾਹਰ ਮਾਰੀਏ? ਸਹੀ ਸਿਸਟਮ, ਵਧੀਆ ਸਿਸਟਮ ਦੇਣਾ ਪੰਜਾਬ ਨੂੰ, ਜਿਹਦੀ ਮਿਸਾਲ ਹੋਵੇ ਸਾਰੀ ਦੁਨੀਆ ਦੇ। ਜਦ ਸਾਡਾ NRI ਆਵੇ ਉਹਨੂੰ ਮਾਣ ਹੋਵੇ, ਯਾਰ ਮੈਂ ਆਪਣੇ ਸ਼ਹਿਰ ਵਿੱਚ ਆਇਆ, ਆਪਣੇ ਪਿੰਡ 'ਚ ਆਇਆ। ਹੁਣ ਉਹ ਕਹਿੰਦਾ ਯਾਰ ਮੈਂ ਕੈਨੇਡਾ ਵਿੱਚ ਆਇਆ, ਉਰੇ ਤਾਂ ਸਿਸਟਮ ਇਹ ਹੋ ਰਿਹਾ, ਮੈਨੂੰ ਕੋਈ ਪੁੱਛਦਾ ਨਹੀਂ, ਕੋਈ ਗਲਤ ਨਹੀਂ ਗੱਲ, ਕੋਈ ਵਾਸਤਾ ਨਹੀਂ। ਮੇਰੇ ਤਾਂ ਇੱਥੇ ਟ੍ਰੈਫਿਕ 'ਤੇ ਹੀ ਤੰਗ ਹੋ ਜਾਂਦੇ, ਉਹ ਗੱਡੀ ਨਹੀਂ ਚਲਾਉਂਦੇ ਆ ਕਿ ਯਾਰ ਕੋਈ ਵਿੱਚ ਮਾਰੇ ਨਾ ਦੇਵੇ। ਪਹਿਲਾਂ ਉਰੀ ਚਲਾਉਂਦੇ ਹੁੰਦੇ ਵੈਸੇ, ਲੇਕਿਨ ਬਾਅਦ ਦੇ ਵਿੱਚ ਸਿਸਟਮ ਉੱਥੇ ਦਾ ਦੇਖ ਲੈਂਦੇ। ਸੋ ਸਾਨੂੰ ਉਸ ਤਰੀਕੇ ਦਾ ਸਿਸਟਮ ਦੇਣਾ ਪੈਣਾ ਹੈ, ਸਿਸਟਮ ਦੇ ਵਿੱਚ ਚੇਂਜ ਲਿਆਉਣੀ ਪੈਣੀ ਹੈ। ਸਿਸਟਮ ਹੀ ਖਰਾਬ ਹੈ, ਸਿਸਟਮ ਦੇ ਵਿੱਚ ਕਰਪਸ਼ਨ ਆਈ ਹੋਈ ਹੈ, ਜਿਹੜੀ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਤੋਂ ਇਲਾਵਾ ਸੋਚ ਬਦਲਣੀ ਪੈਣੀ। ਇਹ ਸੋਚ ਨੂੰ ਅਸੀਂ ਇੱਕ ਲੈਵਲ 'ਤੇ ਲੈ ਕੇ ਆਵਾਂਗੇ ਜਿੱਥੇ ਸਾਡੀ ਸਹੀ ਸੋਚ ਮੰਨੀ ਜਾਏਗੀ। ਔਰ ਇਸ ਦੀ ਜ਼ਿੰਮੇਵਾਰੀ ਸਾਰੀ ਟੀਚਰਾਂ 'ਤੇ ਵੀ ਹੈ। ਹਾਲਾਂਕਿ ਇੰਪਲੀਮੈਂਟੇਸ਼ਨ ਹੈ ਜਿਹੜੀ ਲਾਅ ਦੀ, ਉਹ ਬਹੁਤ ਜ਼ਰੂਰੀ ਹੈ। ਲਾਅ ਸਾਡੇ ਬਣੇ ਹੋਏ, ਚੰਡੀਗੜ੍ਹ ਦੇ ਵਿੱਚ ਐਂਟਰ ਕਰਨ ਲੱਗੋ ਤਾਂ ਬੈਲਟ ਲਾ ਲੈਂਦੇ ਆਪਾਂ, ਮੋਹਾਲੀ ਦੇ ਵਿੱਚ ਨਹੀਂ ਲਾਉਂਦੇ। ਕਾਰਨ ਕੀ ਹੈ? ਸਿੰਪਲ ਜਿਹਾ ਕਾਰਨ ਹੈ, ਉਹ ਸੈੱਟ ਕਰਨਾ ਪੈਣਾ। ਲੇਕਿਨ ਜਿਹੜੀ ਗੱਲ ਟੀਚਰ ਨੇ ਕਰ ਦੇਣੀ ਹੈ, ਜਿਹੜੀ ਤੁਸੀਂ ਕਰਨੀ ਹੈ, ਉਹ ਮੈਂ ਨਹੀਂ ਕਰ ਸਕਦਾ। ਜਿਹੜਾ ਘੁੱਗੀ ਨੇ ਕਹਿ ਦੇਣਾ ਨਾ ਖੜ ਕੇ ਸਟੇਜ 'ਤੇ ਜਾਂ ਪਿਕਚਰ ਦੇ ਵਿੱਚ, ਉਹ ਮੈਂ ਨਹੀਂ ਕਹਿ ਸਕਦਾ। ਪਿਕਚਰਾਂ ਐਸੀਆਂ ਆਉਣੀਆਂ ਚਾਹੀਦੀਆਂ ਜਿਹੜੀ ਦੇ ਵਿੱਚ ਸੇਧ ਵੀ ਹੋਵੇ, ਕਲਚਰਲ, ਉਹਦੇ 'ਚ ਖੁਸ਼ ਕਰਨ ਵਾਲਾ ਵੀ ਹੋਵੇ, ਇੱਕ ਅੱਛੀ ਸਟੋਰੀ ਵੀ ਹੋਵੇ, ਉਹਦੇ 'ਚ ਇਹ ਵੀ ਮੈਸੇਜ ਹੋਵੇ ਕਿ ਆਪਣੇ ਸਮਾਜ ਨੂੰ ਕਿਸ ਤਰ੍ਹਾਂ ਸੁਧਾਰਨਾ। ਹੁਣ ਜੇ ਗਾਉਣੇ ਵਾਲਾ ਕਹਿ ਰਿਹਾ ਡੱਬਾ ਵਿੱਚ ਬੰਦ ਬੋਤਲਾਂ ਮੁੰਡੇ ਮਾਰਦੇ ਫਿਰ ਲਲਕਾਰੇ, ਫਿਰ ਸਾਡੇ ਮੁੰਡੇ ਲਲਕਾਰੇ ਮਾਰਨ ਲੱਗ ਜਾਂਦੇ। ਜੇ ਗੁਰਦਾਸ ਮਾਨ ਕਹਿ ਰਿਹਾ ਕਿ ਜੀ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਫਿਰ ਅਗਲਾ ਕਹਿੰਦਾ ਯਾਰ ਹੱਕ ਦਾ ਕੰਮ ਕਰੋ, ਹੱਕ ਦੀ ਰੋਟੀ ਖਾਓ। ਇਹ ਚੀਜ਼ਾਂ ਲੈ ਕੇ ਆਉਣੀਆਂ। ਹਰ ਸਮਾਜ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਜਿਹੜਾ ਵੀ ਸਿਸਟਮ ਦੇ ਵਿੱਚ ਚੰਗਾ ਕੰਮ ਕਰ ਰਿਹਾ, ਉਹ ਫਿਲਮਾਂ ਬਣਾ ਰਿਹਾ, ਉਹ ਪੜ੍ਹਾ ਰਿਹਾ ਹੈ, ਉਹ ਗਾ ਰਿਹਾ ਹੈ, ਉਹ ਖੇਤ ਵਿੱਚ ਕੰਮ ਕਰ ਰਿਹਾ, ਉਹਨੂੰ ਸਾਰਿਆਂ ਨੂੰ ਸੁਧਾਰਨਾ। ਸੋ ਅੱਜ ਮੈਂ ਹੋਰ ਜ਼ਿਆਦਾ ਨਹੀਂ, ਫਿਰ ਕਿਸੇ ਦਿਨ ਤੁਹਾਡੇ ਨਾਲ ਆਵਾਂਗਾ। ਮੇਰੀ ਆਪਣੀ ਯੂਨੀਵਰਸਿਟੀ, ਮੇਰਾ ਆਪਣਾ ਇੱਥੇ ਇਲਾਕਾ ਹੈ। ਤੁਸੀਂ ਸਾਰੇ ਜਾਣੇ ਆਪਣੇ ਉਹ ਟੀਚਰਾਂ ਦੇ ਨਾਲ
ਤੇ ਵਿਦਿਆਰਥੀਆਂ ਦੇ ਨਾਲ ਅੱਜ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਸ਼ੁਭਕਾਮਨਾਵਾਂ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਅੱਛੇ ਟੀਚਰ ਬਣਾਵੇ ਤੇ ਜਿਹੜੇ ਵਿਦਿਆਰਥੀ ਹੈ ਉਹਨਾਂ ਦੀ ਜ਼ਿੰਦਗੀ ਸੁਨਹਿਰੀ ਹੋਵੇ, ਉਹਨਾਂ ਦੇ ਮਾਂ-ਬਾਪ ਨੂੰ ਉਹਨਾਂ ਦੇ ਮਾਣ ਹੋਵੇ। ਸਭ ਤੋਂ ਬੜੀ ਗੱਲ ਇਹ ਹੈ ਕਿ ਮੇਰਾ ਮਾਂ-ਬਾਪ ਮੇਰੇ ਬਾਰੇ ਕਿਆ ਸੋਚਦੇ। ਤੁਹਾਡੇ ਮਾਂ-ਬਾਪ ਨੂੰ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਕੰਮਾਂ ਤੇ ਮਾਣ ਹੋਵੇ। ਤੁਹਾਡਾ ਬਹੁਤ ਧੰਨਵਾਦ। ਜੈ ਹਿੰਦ।